ਅੱਛਾ ਇਹ ਜਿਹੜੀ ਆਪਾਂ ਸਪੈਸ਼ਲ ਜਿਹੜਾ ਡਰੱਗਸ ਦੇ ਉੱਤੇ ਮਾਨਯੋਗ ਸੀਐਮ ਸਾਹਿਬ ਦੀਆਂ ਹਦਾਇਤਾਂ ਤੇ ਇੱਕ ਸਪੈਸ਼ਲ ਕੈਂਪੇਨ ਸ਼ੁਰੂ ਕੀਤਾ ਸੀਗਾ। ਇਹ ਜੁਲਾਈ 'ਚ ਸਟਾਰਟ ਕੀਤਾ ਸੀਗਾ ਔਰ ਇਹਦੇ 'ਚ ਹੁਣ 11 ਮਹੀਨੇ ਹੋ ਗਏ ਇਸ ਕੈਂਪੇਨ ਨੂੰ ਚੱਲਦੇ ਹੋਏ। ਸੋ ਪਹਿਲਾਂ ਮੈਂ 11 ਮਹੀਨੇ ਦੀਆਂ ਜਿਹੜੀਆਂ ਉਪਲਬਧੀਆਂ ਉਹ ਦੱਸਣਾ ਚਾਹੂੰਗਾ ਕਿਉਂਕਿ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜੇ ਡਰੱਗਸ ਆ ਫੜੇ ਗਏ ਇਹਨਾਂ 11 ਮਹੀਨਿਆਂ ਦੇ ਵਿੱਚ। ਸੋ ਟੋਟਲ 11,147 FIR ਦਰਜ ਹੋਈਆਂ 11 ਮਹੀਨੇ ਦੇ ਵਿੱਚ। 11,147 ਜਿਹਦੇ ਵਿੱਚ 14,952 ਜਿਹੜੇ ਨੇ ਦੋਸ਼ੀ ਗ੍ਰਿਫਤਾਰ ਕੀਤੇ ਗਏ। ਕਮਰਸ਼ੀਅਲ ਕੁਆਂਟੀਟੀ ਦੇ ਜਿਹੜੇ ਕੇਸਿਸ ਆ ਇਹਦੇ ਵਿੱਚੋਂ 1313 ਕਮਰਸ਼ੀਅਲ ਕੁਆਂਟੀਟੀ ਦੇ ਕੇਸਿਸ ਆ ਔਰ 2132 ਜਿਹੜੇ ਨੇ ਵੱਡੇ ਸਮਗਲਰਸ ਅਰੈਸਟ ਹੋਏ ਆ ਇਸ ਪੀਰੀਅਡ ਦੇ ਦੌਰਾਨ। ਮੀਡੀਅਮ ਕੁਆਂਟੀਟੀ ਦੇ 8419 ਕੇਸਿਸ ਦਰਜ ਹੋਏ ਆ 8419 ਔਰ ਸਮਾਲ ਕੁਆਂਟੀਟੀ ਦੇ 1411 ਕੇਸਿਸ ਦਰਜ ਹੋਏ ਆ। ਸਭ ਤੋਂ ਵੱਧ ਜਿਹੜੀਆਂ FIR ਦਰਜ ਹੋਈਆਂ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਦਰਜ ਹੋਈਆਂ, ਫਿਰ ਉਸ ਤੋਂ ਬਾਅਦ ਪਟਿਆਲੇ ਦੇ ਵਿੱਚ, ਫਿਰ ਅੰਮ੍ਰਿਤਸਰ ਕਮਿਸ਼ਨਰੇਟ ਦੇ ਵਿੱਚ। ਕਮਰਸ਼ੀਅਲ ਕੁਆਂਟੀਟੀ ਦੇ ਜਿਹੜੇ ਸਭ ਤੋਂ ਵੱਧ ਕੇਸ ਦਰਜ ਹੋਏ ਆ ਉਹ ਪਟਿਆਲੇ ਦੇ ਵਿੱਚ 106 ਕੇਸ ਦਰਜ ਹੋਏ ਆ। SDF SAS ਨਗਰ ਦੇ ਵਿੱਚ 90 ਕੇਸ ਦਰਜ ਹੋਏ ਆ। ਤਰਨਤਾਰਨ ਜ਼ਿਲ੍ਹੇ ਦੇ ਵਿੱਚ 74 ਕੇਸਿਸ ਦਰਜ ਹੋਏ ਆ। ਕਾਫੀ ਵੱਡੀ ਮਾਤਰਾ ਦੇ ਵਿੱਚ ਇਸ ਸਮੇਂ ਦੇ ਦੌਰਾਨ ਰਿਕਵਰੀ ਹੋਈ ਹੈ, ਜਿਹਦੇ ਵਿੱਚ ਹੈਰੋਇਨ ਦੀ ਰਿਕਵਰੀ 1135 ਕਿਲੋ ਦੀ ਰਿਕਵਰੀ ਹੋਈ ਹੈ, ਜਿਹਦੇ ਵਿੱਚੋਂ 987 ਕਿਲੋ ਦੀ ਜਿਹੜੀ ਰਿਕਵਰੀ ਆ ਉਹ ਪੰਜਾਬ ਦੇ ਅੰਦਰੋਂ ਹੋਈ ਹੈ। 147.5 ਕਿਲੋ ਦੀ ਰਿਕਵਰੀ ਜਿਹੜੀ ਆ ਉਹ ਪੰਜਾਬ ਪੁਲਿਸ ਦੇ ਪ੍ਰੋਐਕਟਿਵ ਅਪਰੋਚ ਦੇ ਨਾਲ ਗੁਜਰਾਤ ਤੇ ਮਹਾਰਾਸ਼ਟਰ ਦੇ ਵਿੱਚੋਂ ਹੋਈ ਹੈ। OPM ਦੀ 730 ਕਿਲੋਗ੍ਰਾਮ ਦੀ ਰਿਕਵਰੀ ਹੋਈ ਹੈ। ਪੌਪੀ ਹਸਕ 350 ਕੁਇੰਟਲ ਦੀ ਰਿਕਵਰੀ ਹੋਈ ਹੈ। ਚਰਸ ਦੀ 40 ਕਿਲੋ ਦੀ, ਗਾਂਜਾ 840 ਕਿਲੋਗ੍ਰਾਮ ਰਿਕਵਰ ਹੋਇਆ ਹੈ। ਔਰ ਜਿਹੜੀਆਂ ਮੈਡੀਕਲ ਡਰੱਗਸ ਨੇ ਜਿੱਦਾਂ ਇੰਜੈਕਸ਼ਨਸ, ਟੈਬਲੇਟਸ, ਜਿਹੜੀਆਂ ਇਲਿਸਿਟ ਡਰੱਗਸ ਨੇ ਉਹ 62,49,616 ਯੂਨਿਟਸ ਜਿਹੜੇ ਨੇ ਇਸ ਪੀਰੀਅਡ ਦੇ ਦੌਰਾਨ ਫੜੇ ਗਏ। ਬਹੁਤ ਵੱਡੀ ਮਾਤਰਾ ਦੇ ਵਿੱਚ ਡਰੱਗ ਮਨੀ ਰਿਕਵਰ ਹੋਈ ਹੈ, ਜਿਹਦੇ ਵਿੱਚ 11 ਕਰੋੜ 83 ਲੱਖ 25 ਹਜ਼ਾਰ ਜਿਹੜਾ ਰੁਪਇਆ ਵਾ ਉਹ ਡਰੱਗ ਮਨੀ ਰਿਕਵਰ ਹੋਈ ਹੈ। ਔਰ PO ਦੇ ਖਿਲਾਫ ਆਪਾਂ ਇੱਕ ਸਪੈਸ਼ਲ ਕੈਂਪੇਨ ਚਲਾਇਆ ਸੀਗਾ ਡਰੱਗਸ ਦੇ POs ਦੇ ਖਿਲਾਫ, ਤੇ ਇਸ ਸਮੇਂ ਦੇ ਦੌਰਾਨ ਹੁਣ ਤੱਕ ਜਦੋਂ ਦਾ ਇਹ ਕੈਂਪੇਨ ਸ਼ੁਰੂ ਕੀਤਾ 906 ਜਿਹੜੇ PO ਨੇ ਡਰੱਗਸ ਦੇ ਕੇਸਿਸ ਦੇ ਵਿੱਚ ਜਿਹੜੇ ਇਨਵੋਲਵ ਨੇ ਉਹ ਗ੍ਰਿਫਤਾਰ ਕੀਤੇ ਗਏ। ਪਿਛਲੇ 3 ਮਹੀਨੇ ਦੇ ਵਿੱਚ ਵੀ ਕਾਫੀ ਵੱਡੀ ਮਾਤਰਾ ਦੇ ਵਿੱਚ ਨਸ਼ੇ ਜਿਹੜੇ ਰਿਕਵਰ ਕੀਤੇ ਗਏ ਆ। ਕਾਫੀ ਵੱਡੀਆਂ ਉਪਲਬਧੀਆਂ ਪੁਲਿਸ ਨੂੰ ਹਾਸਲ ਹੋਈਆਂ। ਜਿਸ ਟਾਈਮ ਦੇ ਦੌਰਾਨ ਆਪਾਂ ਸਪੈਸੀਫਿਕਲੀ ਡਰੱਗ ਤੇ ਪ੍ਰੈਸ ਕਾਨਫਰੰਸ ਨਹੀਂ ਕਰ ਪਾਏ, ਉਸ ਸਮੇਂ ਦੇ ਦੌਰਾਨ 2678 FIR ਦਰਜ ਹੋਈਆਂ, 3592 ਅਕਿਊਜ਼ਡ ਅਰੈਸਟ ਹੋਏ ਆ ਔਰ ਉਹਦੇ 'ਚ ਕਮਰਸ਼ੀਅਲ ਕੁਆਂਟੀਟੀ ਦੇ 351 FIR ਦਰਜ ਹੋਈਆਂ। ਡਰੱਗਸ ਦੀ ਜਿਹੜੀ ਰਿਕਵਰੀ ਹੋਈ ਹੈ ਉਹ 374 ਕਿਲੋ ਦੀ ਹੈਰੋਇਨ ਦੀ ਰਿਕਵਰੀ ਹੋਈ ਹੈ, 266 ਕਿਲੋ OPM ਦੀ ਰਿਕਵਰੀ ਹੋਈ ਹੈ, 81 ਕੁਇੰਟਲ ਜਿਹੜੀ ਆ ਪੌਪੀ ਹਸਕ ਦੀ ਰਿਕਵਰੀ ਹੋਈ ਹੈ, 254 ਕਿਲੋ ਗਾਂਜਾ ਦੀ ਰਿਕਵਰੀ ਹੋਈ ਹੈ ਔਰ 12,56,573 ਜਿਹੜੀਆਂ ਨੇ ਉਹ ਮੈਡੀਕਲ ਡਰੱਗਸ ਜਿਹਦੇ ਵਿੱਚ ਇੰਜੈਕਸ਼ਨਸ, ਟੈਬਲੇਟਸ, ਪਿਲਸ ਵਗੈਰਾ ਜਿਹੜੀਆਂ ਨੇ ਉਹ ਰਿਕਵਰ ਹੋਈਆਂ। 1 ਕਰੋੜ 39 ਲੱਖ ਦੀ ਡਰੱਗ ਮਨੀ ਰਿਕਵਰ ਹੋਈ ਹੈ ਔਰ 817 ਵਹੀਕਲ ਜਿਹੜੇ ਨੇ ਉਹ ਫੜੇ ਗਏ ਇਸ ਪੀਰੀਅਡ ਦੇ ਦੌਰਾਨ ਜਿਹੜੇ ਡਰੱਗਸ ਦੇ ਵਿੱਚ ਇਨਵੋਲਵ ਸੀ। ਔਰ 172 ਜਿਹੜੇ PO ਆ ਇਸ 3 ਮਹੀਨਿਆਂ ਦੇ ਦੌਰਾਨ ਜਿਹੜੇ ਨੇ ਗ੍ਰਿਫਤਾਰ ਹੋਏ ਆ। ਸੋ ਇਹ 3 ਮਹੀਨਿਆਂ ਦੇ ਵਿੱਚ ਵੀ ਪੰਜਾਬ ਪੁਲਿਸ ਨੇ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜੇ ਨੇ ਡਰੱਗਸ ਰਿਕਵਰ ਕੀਤੇ ਆ। ਇਸ ਤੋਂ ਇਲਾਵਾ ਕੁਝ ਹੋਰ ਸਪੈਸ਼ਲ ਇਨੀਸ਼ੀਏਟਿਵ, ਕੁਝ ਸਪੈਸ਼ਲ ਜਿਹੜੇ ਨੇ ਹੋਰ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਹੋਈਆਂ ਇਸ ਸਮੇਂ ਦੇ ਦੌਰਾਨ, ਜਿਹਦੇ ਵਿੱਚ ਮਾਨਯੋਗ CM ਸਾਹਿਬ ਦੀਆਂ ਡਾਇਰੈਕਸ਼ਨਸ ਦੇ ਉੱਤੇ ਪੰਜਾਬ ਪੁਲਿਸ ਨੇ ਕੁਝ ਇਨੀਸ਼ੀਏਟਿਵਸ ਲਏ ਆ। ਉਹਦੇ 'ਚ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੂੰਗਾ ਕਿ ਮਾਨਯੋਗ CM ਸਾਹਿਬ ਨੇ 20 ਕਰੋੜ ਰੁਪਇਆ ਜਿਹੜਾ ਸੈਂਕਸ਼ਨ ਕੀਤਾ ਵਾ CCTV ਕੈਮਰਾਜ਼ ਲਾਉਣ ਵਾਸਤੇ ਬਾਰਡਰ ਏਰੀਆਜ਼ ਦੇ ਵਿੱਚ। ਸਿਮਿਲਰਲੀ DGP ਸਾਹਿਬ ਨੇ 1 ਲੱਖ ਰੁਪਏ ਦਾ ਰਿਵਾਰਡ ਡਿਕਲੇਅਰ ਕੀਤਾ ਹੈ ਕਿ ਬਾਰਡਰ ਏਰੀਆਜ਼ ਦੇ ਵਿੱਚ ਜੇ ਕੋਈ ਡਰੋਨ ਦੀ ਇਨਫੋਰਮੇਸ਼ਨ ਦੇਵੇ ਜਿਹੜਾ ਕਿ ਜਿਹਦੇ 'ਚੋਂ ਵੈਪਨ ਜਾਂ ਡਰੱਗਸ ਦੀ ਰਿਕਵਰੀ ਹੋਵੇ ਤਾਂ ਉਸ ਨੂੰ 1 ਲੱਖ ਰੁਪਏ ਦਾ ਇਨਾਮ ਦਿੱਤਾ ਜਾਏਗਾ ਔਰ ਸੂਚਨਾ ਜਿਹੜੀ ਹੈ ਉਹ ਵੀ ਗੁਪਤ ਰੱਖੀ ਜਾਏਗੀ ਪੂਰੀ ਤਰ੍ਹਾਂ। ਸੋ ਬਾਰਡਰ ਏਰੀਆਜ਼ ਨੂੰ ਸਟਰੈਂਥਨ ਕਰਨ ਵਾਸਤੇ ਕਾਫੀ ਵੱਡੀ ਮਾਤਰਾ ਦੇ ਵਿੱਚ ਕੰਮ ਹੋ ਰਿਹਾ ਵਾ। ਇਸ ਤੋਂ ਇਲਾਵਾ ਮਾਨਯੋਗ CM ਸਾਹਿਬ ਨੇ ਇੱਕ ਹੋਰ ਜਿਹੜਾ ਹੈ ਉਹ ਡਾਇਰੈਕਸ਼ਨ ਦਿੱਤੀ ਹੈ ਪੰਜਾਬ ਪੁਲਿਸ ਨੂੰ ਕਿ ਇੱਕ ਸੜਕ ਸੁਰੱਖਿਆ ਫੋਰਸ ਦਾ ਨਿਰਮਾਣ ਕੀਤਾ ਜਾ ਰਿਹਾ ਵਾ।
सड़क सुरक्षा फोर्स जी है वो जोड़े ने ADGP ट्रैफिक मिस्टर AS राय वो नोडल ऑफिसर बनाए गए हैं। वो सारा जोड़ा प्रोजैक्ट आ उन्होंने किदा मोडैलिटीज़ वगैरह वर्कआउट कर रही हैं, वो सारा काम कर रहे हैं उत्ते। और इस सड़क सुरक्षा फोर्स के 29.5 करोड़ रुपया जोड़ा वा इनीशियल स्टेज के उत्ते मानयोग CM साहब ने वो राखवा रखा है पंजाब पुलिस वास्ते। और इस काम वास्ते 144 वहीकल्स परचेज होणगे और 144 वहीकल सारे ही जोड़े वधिया जिदा CM साहब दी हदायतां सीगियां कि भी वो वहीकल होने चाहिए जोड़े क्रिमिनल नूं चेज़ करन दे विच इफैक्टिव होण, क्योंकि बहुत थावां दे उत्ते देखण च आया कि पुलिस नूं कई बार क्रिमिनल्स नूं चेज़ करना पैंदा है। सो ईसूजू हाई एंड वहीकल एक सिलैक्ट किया वो वास्ते और स्कॉर्पियो गड्डियां वो वास्ते सिलैक्ट कीतियां। सो जोड़े 144 वहीकल लै रहे हैं वो 116 जोड़े ने वो ईसूजू लै रहे हैं और 28 जड़ियाँ ने स्कॉर्पियो गड्डियां लै रहे हैं, क्योंकि वो मेन फोकस है कि जी स्पीड जी तेज़ होए वहीकल्स की। सो ये जोड़ा सारा आप काम जो पंजाब पुलिस वालों वो फिर जी ये सड़क सुरक्षा फोर्स होएगी बिल्कुल मॉडर्नाइज फोर्स होएगी। स्पैशल यदि यूनीफॉर्म डिज़ाइन की जा रही है। राय साहब उस पर भी काम कर रहे हैं कि किस तरह की इन्हों यूनीफॉर्म हो, इन्हों के कोले मॉडर्न इक्विपमेंट्स जिदा बॉडी कैमराज होणगे, वहीकल्स के GPS फिटेड होएगा, ब्रैथ एनालाइजर होणगे इन्हों के कोले। सो बिल्कुल मॉडर्न फोर्स होएगी जी मेन रोड्स जड़ियाँ ने पंजाब दी सारिया रोड्स में कवर करेगी है। सो काफ़ी इस तरह का काम जोड़ा है मॉडर्नाइजेशन वास्ते और पंजाब पुलिस नूं होर इफैक्टिव बनाने वास्ते मानयोग CM साहब दी हदायतां ते किया जा रहा है पूरे पंजाब के। पंजाब पुलिस ने मानयोग CM साहब की हिदायतों पे पिछले 11 महीने में, क्योंकि ये ड्रग्स का ड्रग्स के खिलाफ जो कैंपेन था ये जुलाई में स्टार्ट हुआ था, तो अब तक जितनी 11 महीने में टोटल जो हमने FIR रजिस्टर की हैं वो 11,147 FIR रजिस्टर की हैं, जिसमें 14,952 जो अक्यूज़ड है वो अरेस्ट हुए हैं इस पीरियड के दौरान। और इसमें 1313 जो FIRs हैं कमर्शियल क्वांटिटी में दर्ज की गई है, जिसमें 2132 जो बड़े स्मगलर्स हैं वो अरेस्ट किए गए हैं। इनमें जो सबसे ज़्यादा FIR है वो फिरोजपुर डिस्ट्रिक्ट में रजिस्टर हुई है 757, पटियाला में 681 और अमृतसर में 659। कमर्शियल क्वांटिटी की सबसे ज़्यादा FIR पटियाला डिस्ट्रिक्ट में 106, उसके बाद STF SAS नगर में 90 और तरन तारण में 74 FIR। ड्रग्स की काफ़ी बड़ी मात्रा में रिकवरी हुई है, जिसमें हेरोइन जो है वो 1135 kg हेरोइन रिकवर हुई है, जिसमें 987 पंजाब के अंदर से पकड़ी गई है और 147.5 वो जो गुजरात और महाराष्ट्र में विद द प्रोएक्टिव अप्रोच जो पंजाब पुलिस की तरफ से इनपुट्स के बेसिस पे पकड़ी गई है। ओपीएम 730 किलोग्राम की रिकवरी हुई है, पॉपी हस्क की 350 क्विंटल्स की रिकवरी हुई है, चर्स की 40 kgs और गांजा 840 किलोग्राम की रिकवरी है। जो मेडिकल ड्रग्स हैं जिसमें इंजेक्शंस टैबलेट्स पिल्स आती है उसकी 62,49,616 यूनिट्स जो हैं वो इस समय के दौरान जो कन्फिस्केट किए गए हैं। बहुत बड़ी मात्रा में ड्रग मनी रिकवर हुई है, जो 11 करोड़ 83 लाख की रिकवरी हुई है। और टोटल POs जो इस समय के दौरान अरेस्ट हुए हैं वो 906 जो NDPS एक्ट के POs अरेस्ट हुए हैं इस समय के दौरान। इसी तरह जो 3 महीने की पंजाब पुलिस की इस पीरियड में भी काफ़ी बड़ी मात्रा में ड्रग्स रिकवर हुए हैं, जिसमें 374 किलोग्राम हेरोइन की रिकवरी हुई है, 266 किलोग्राम ओपीएम की रिकवरी हुई है और 81 क्विंटल की जो है पॉपी हस्क की रिकवरी हुई है। और 12,56,573 जो यूनिट्स हैं इंजेक्शंस टैबलेट्स वो कन्फिस्केट किए गए हैं और 1 करोड़ 39 लाख की जो है बड़ी मात्रा में ड्रग्स की जो ड्रग मनी है वो रिकवर हुई है। सो ये जो मेन पंजाब पुलिस की अचीवमेंट्स हैं ड्रग्स फ्रंट पे। इसके अलावा ऑनरेबल CM साहब की डायरेक्शंस पे कुछ और इनिशिएटिव्स लिए गए, जिसमें CM साहब ने 20 करोड़ का जो फंड है वो अलॉट किया है फॉर इंस्टॉलेशन ऑफ CCTV कैमराज इन दी बॉर्डर एरियाज़। और DGP साहब ने 1 लाख का रिवॉर्ड जो डिक्लेयर किया है फॉर गिविंग इंफॉर्मेशन ऑन ड्रोन्स, खास करके वो जिसपे ड्रग्स जहाँ वेपन्स की रिकवरी हो। एक और जो CM साहब की डायरेक्शन पे एक हम फोर्स इस्टेब्लिश करने जा रहे हैं जिसको सड़क सुरक्षा फोर्स का नाम दिया जाएगा।
उसके लिए 144 व्हीकल जो है वो स्पेशली पुलिस को एलोकेट किए जाएंगे, जिसके लिए जो फंड्स हैं 29.5 करोड़ जो फंड है वो अलग से रखे गए इस पर्पज़ के लिए। और ये सारे हाई एंड बढ़िया जो व्हीकल्स हैं, मॉडर्नाइज व्हीकल्स होंगे जो क्रिमिनल्स को चेज करने के लिए पुलिस की मदद करेंगे। और जो ये फोर्स है स्पेशल जो सड़क सुरक्षा फोर्स है प्रॉपरली इक्विप्ड होगी, जिसके पास बॉडी कैमरास, इनकी स्पेशल यूनिफॉर्म होगी, ब्रेथ एनालाइजर, सारी तरह के जो मॉडर्न इक्विपमेंट्स जो चाहिए इसमें वो सारे पुलिस के पास होंगे इसमें। थैंक यू। लुधियाने वाला उसमें अभी देखो, उसमें अभी जो सीपी साहब की सुपरविज़न में अभी इन्वेस्टिगेशन चल रही है और कुछ क्लूज उनके पास हैं। अब इन्वेस्टिगेशन की बहुत ज़्यादा डिटेल्स तो मैं इस स्टेज पे शेयर नहीं कर पाऊँगा, क्योंकि जब कोई जैसे ही वो रिकवरी होगी तुरंत वहाँ पे ही वो प्रेस कॉन्फ्रेंस करके सबको नहीं ਉਹਦੇ ਬਾਰੇ ਚ ਮੈਨੂੰ ਨਹੀਂ ਕੁਝ ਪਤਾ। ਇੱਕ ਸਵਾਲ ਹੈ ਜਿਹੜਾ ਅੱਜ ਵੀ ਡਰੋਨ ਫੜਿਆ ਗਿਆ ਬਾਰਡਰ ਏਰੀਆ ਤੋਂ, ਹੁਣ ਜਿਹੜੇ ਡਰੋਨ ਫੜੇ ਜਾ ਰਹੇ ਨੇ, ਜਿਹੜੇ ਵੀ ਰਿਕਵਰ ਕਰ ਰਹੇ ਹਨ, ਚਾਹੇ BSF ਚਾਹੇ ਪੰਜਾਬ ਪੁਲਿਸ, ਉਹ ਮੈਪਿੰਗ ਵਾਲੇ ਜਿਹੜੇ ਲੇਟੈਸਟ ਡਰੋਨਸ ਨੇ ਉਹਨਾਂ ਨੂੰ ਰਿਕਵਰ ਕਰ ਰਹੇ। ਹਾਲਾਂਕਿ ਡਰੱਗਸ ਦੀ ਸਪਲਾਈ ਜਾਂ ਵੈਪਨ ਦੀ ਸਪਲਾਈ ਤਾਂ ਚਲੋ ਪੁਰਾਣੀ ਗੱਲ ਹੋ ਗਈ ਆਂਦੀ ਹੈ, ਲੇਕਿਨ ਹੁਣ ਜਿਹੜੇ ਡਰੋਨਸ ਰਿਕਵਰ ਹੋ ਰਹੇ ਉਹ ਮੈਪਿੰਗ ਵਾਲੇ ਡਰੋਨਸ ਨੇ। ਇਹ ਵੀ ਚਿੰਤਾ ਦਾ ਵਿਸ਼ੇ, ਤਾਂ ਇਹਨੂੰ ਲੈ ਕੇ ਹੁਣ ਕੋਈ ਨਹੀਂ ਡਰੋਨਸ ਤੇ ਰਾਠੀ ਜੀ ਹੁਣੇ ਮੈਂ ਜਸਟ ਤੁਹਾਡੇ ਆਉਣ ਤੋਂ ਪਹਿਲਾਂ ਦੱਸ ਰਹੇ ਸੀਗੇ ਕਿ ਡਰੋਨਸ ਦੇ ਉੱਤੇ ਇੱਕ ਤਾਂ CM ਸਾਹਿਬ ਨੇ 20 ਕਰੋੜ ਰੁਪਇਆ ਸੈਂਕਸ਼ਨ ਕੀਤਾ ਹੈ ਫॉर CCTV ਕੈਮਰਾਜ਼ ਇਨ ਦੀ ਬਾਰਡਰ ਏਰੀਆਜ਼। ਸੋ ਉਹਦਾ ਵੀ ਮੇਨ ਮੰਤਵ ਇਹੀ ਹੈ ਕਿ ਉੱਥੇ ਪੁਲਿਸ ਨੂੰ ਵੀ ਸਟਰੈਂਥਨ ਕੀਤਾ ਜਾਵੇ, ਸਰਵੇਲੈਂਸ ਵੀ ਇਨਕਰੀਜ਼ ਕੀਤੀ ਜਾਵੇ। ਇੱਕ DGP ਸਾਹਿਬ ਨੇ ਰਿਵਾਰਡ ਡਿਕਲੇਅਰ ਕੀਤਾ 1 ਲੱਖ ਰੁਪਏ ਦਾ, ਜਿਹੜਾ ਕਿ ਡਰੋਨ ਦੇ ਬਾਰੇ 'ਚ ਕੋਈ ਇਨਫੋਰਮੇਸ਼ਨ ਦੇਵੇ ਔਰ ਖਾਸ ਕਰਕੇ ਜਿਹੜੇ ਡਰੋਨਸ ਤੋਂ ਡਰੱਗਸ ਜਾਂ ਵੈਪਨਸ ਦੀ ਰਿਕਵਰੀ ਹੋਵੇ। ਤੀਸਰੀ ਗੱਲ ਜਿਹੜੀ ਹੈ ਕਿ ਡਰੋਨ ਦੇ ਉੱਤੇ ਆਲਰੇਡੀ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਈ ਵਾਰੀ ਦੱਸਿਆ, ਸਾਡਾ ਆਲਰੇਡੀ ਕੰਮ ਚੱਲ ਰਿਹਾ ਹੈ। ਇਹਦੀ ਟੈਕਨੋਲੋਜੀ ਵੀ ਫਰਦਰ ਡਿਵੈਲਪ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਹੋਰ ਵੀ ਕੰਮ ਚੱਲ ਰਿਹਾ। ਔਰ ਜਿਹੜਾ ਵੀ ਡਰੋਨ ਫੜਿਆ ਜਾਂਦਾ ਹੈ ਉਹਨੂੰ ਪ੍ਰੋਪਰ ਫੋਰੈਂਸਿਕ ਐਨਾਲਿਸਿਸ ਹੁੰਦਾ ਹੈ ਉਹਦਾ, ਜਿਹਨੂੰ ਜਿਹੜੀਆਂ ਫੋਰੈਂਸਿਕ ਲੈਬਸ, ਜਿਹੜੀਆਂ ਐਕਸਪਰਟ ਲੈਬਸ ਆ, ਉੱਥੇ ਭੇਜਿਆ ਜਾਂਦਾ ਉਹਨਾਂ ਦੇ ਉੱਤੇ। ਔਰ ਉਹਦੀ ਬੈਕਗਰਾਊਂਡ, ਕਿੱਥੇ ਉਹਨੇ ਲੈਂਡ ਕਰਨਾ ਸੀ, ਕਿੱਥੋਂ ਉਹ ਟੇਕ ਆਫ ਹੋਇਆ ਸੀਗਾ, ਉਹ ਸਾਰੀਆਂ ਚੀਜ਼ਾਂ ਦੇ ਉੱਤੇ ਇਨਫੋਰਮੇਸ਼ਨ ਜਿਹੜੀ ਹੈ, ਨੌਲੇਜ ਜਿਹੜੀ ਹੈ ਡਿਵੈਲਪ ਕੀਤੀ ਜਾ ਰਹੀ ਹੈ। ਸਰ ਇੱਕ ਹੋਰ ਸਵਾਲ ਹੈ ਕਿ ਜਿਹੜੀ ਰਾਤ ਨੂੰ ਲੁੱਟ ਹੋ ਰਹੀ ਹੈ। दूसरों भी सवाल पूछो। हाँ जी पूछो मैम। प्लीज सर माय क्वेश्चन है, वन क्या डेटा है, कितने ड्रोन्स आ रहे हैं, और दूसरा अमृतसर में हमने देखा है कि परमानेंटली वहीं पे ज्यादा ड्रोन ड्रॉपिंग हो रही है, तो कोई डेटा है? नहीं देखो, established ड्रोन, या आपको लगता है कि एक ड्रग का सर्किट वहाँ पे ज्यादा है? नहीं एज सच कोई, देखो एज सच एस्टेब्लिश डेटा नहीं है, बट ऑन एन एवरेज लास्ट ईयर का जो था वो 244 के आसपास जो ड्रोन दिखाई दिए थे उस पीरियड में। और अब रिसेंट हमारे पास कोई कंपाइल्ड डेटा नहीं है, बट वो एरिया नेचुरली वही है, बॉर्डर एरिया ही है। सो अमृतसर रूरल, बटाला, गुरदासपुर और तरन तारण का एरिया ही है जो जहाँ पे मैक्सिमम एक्टिविटी जो है देखने में आई है इस समय के दौरान। और इस पे हमारी एक स्पेशल जो कॉन्फ्रेंस है जिसमें हमारे स्पेशल DGP लॉ एंड ऑर्डर और IG BSF, बाकी सारी जो एजेंसीज हैं उनके साथ एक स्पेशल कॉन्फ्रेंस हुई थी लास्ट वीक, तो उसमें भी ये सारे इश्यूज जो हैं डिस्कस किए गए हैं और एंटी ड्रोन क्या क्या मेजर्स लेने चाहिए हमें, वो सारा उसमें डिस्कस हुआ है उस मीटिंग में। क्योंकि पिछले दिनों देखी गई है जी डकैती हुई है, लुट हुई है, रॉबरी की जी वारदात वधी, नाइट की पेट्रोलिंग को लैके सवाल लगातार होते हैं कि पंजाब च क्योंकि टाइम मिल जाता है और बड़े ही आराम नाल फरार हो जाते हैं ਜਿਹੜੇ ਵੀ ਐਕਿਊਜ਼ ਹੋਣਗੇ। ਨਾਈਟ ਦੀ ਪੈਟਰੋਲਿੰਗ ਨੂੰ ਲੈ ਕੇ ਜਾਂ ਬਾਰਡਰ ਏਰੀਆ ਜਿਹੜੇ ਖਾਸ ਕਰ ਜਿਹੜੇ ਦੂਜੇ ਸਟੇਟ ਨੂੰ ਲੱਗਦੇ, ਉਹਨੂੰ ਲੈ ਕੇ ਪੰਜਾਬ ਪੁਲਿਸ ਕੀ ਕਰ ਰਹੀ ਹੈ? देखो नाइट डोमीनेशन ऑलरेडी साडा चलता है, कुछ कई बारी कोई मे बी कुछ इदां दे पार्ट्स रह गए होण, पर मैं हुणे दस रहा सीगा कि CM साहब एक स्पैशल फोर्स एस्टैबलिश करन जा रहे हैं उन्हां दी हदायतां ते, CM साहब दी हदायतां ते, जिहदा नाम सड़क सुरक्षा फोर्स रखा गया है। सो ਉਹ ਫੋਰਸ ਦੇ ਵਿੱਚ 24 ਆਵਰਸ ਦੀ ਡਿਊਟੀ ਹੋਏਗੀ, ਮੀਨਸ ਜਿਹੜੀ ਸ਼ਿਫਟਸ ਦੇ ਵਿੱਚ 24 ਘੰਟੇ ਉਹ ਸੜਕਾਂ ਦੇ ਉੱਤੇ, ਨਹੀਂ ਸਾਰੀਆਂ ਸੜਕਾਂ ਤੇ ਹੋਏਗੀ, ਬਾਰਡਰ ਤੇ ਵੀ ਹੋਏਗੀ। ਮੈਂ ਬਾਰਡਰ ਬਾਰੇ ਅਲੱਗ ਤੋਂ ਗੱਲ ਕਰਾਂ। ਸੋ ਉਹ ਸਾਰੀਆਂ ਸੜਕਾਂ ਦੇ ਉੱਤੇ ਹੋਏਗੀ ਔਰ ਉਹਨਾਂ ਦਾ ਬੇਸਿਕਲੀ ਕੰਮ ਜਿੱਥੇ ਐਕਸੀਡੈਂਟਸ ਨੂੰ ਪ੍ਰੀਵੈਂਟ ਕਰਨਾ ਹੋਏਗਾ, ਨਾਲ ਕ੍ਰਾਈਮ ਨੂੰ ਪ੍ਰੀਵੈਂਸ਼ਨ ਵਾਸਤੇ ਵੀ ਹੋਏਗਾ। ਬਾਰਡਰ ਦੇ ਉੱਤੇ ਸਪੈਸ਼ਲੀ ਜਿੱਦਾਂ 20 ਕਰੋੜ ਰੁਪਇਆ ਜਿਹੜਾ ਹੈ ਡੈਜ਼ਿਗਨੇਟ ਕੀਤਾ ਗਿਆ ਹੈ ਫॉर CCTV ਕੈਮਰਾਸ ਬਾਰਡਰ ਦੇ ਉੱਤੇ। ਇਸ ਤੋਂ ਇਲਾਵਾ ਜਿਹੜੀ ਇਹ ਸੜਕ ਸੁਰੱਖਿਆ ਫੋਰਸ ਹੋਏਗੀ,
ਇਹਨਾਂ ਦੇ ਕੋਲੇ ਮੈਂ ਦੱਸਿਆ ਕਿ 144 ਮਾਡਰਨ ਵਹੀਕਲਸ ਇਹਨਾਂ ਨੂੰ ਦਿੱਤੇ ਜਾ ਰਹੇ ਆ, ਤਾਂ ਜੋ ਕ੍ਰਿਮੀਨਲ ਨੂੰ ਕਿਸੇ ਟਾਈਮ ਚੇਜ਼ ਕਰਨਾ ਹੈ, ਕ੍ਰਿਮੀਨਲ ਨੂੰ ਆਪਾਂ ਕਿਤੇ ਕਾਊਂਟਰ ਕਰਨਾ ਹੈ, ਤਾਂ ਉਹਦੇ ਵਾਸਤੇ ਇਹ ਵਹੀਕਲਸ ਬੜੇ ਇਫੈਕਟਿਵ ਹੋਣਗੇ ਵਾਲੇ ਇਹ ਸਭ ਰਾਜੀਤ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ, ਜਦੋਂ ਕਿ ਨਸ਼ੇ ਨੂੰ ਲੈ ਕੇ ਤੁਸੀਂ ਹਰ ਹਫ਼ਤੇ ਪੀਸੀ ਕਰਦੇ ਸੀ, ਉਹ ਵੀ 3 ਮਹੀਨੇ ਬਾਅਦ ਨਹੀਂ, ਉਹ ਦੇਖੋ ਜੀ, ਰਾਜੀਤ ਵਾਲਾ ਜਿਹੜਾ ਇਸ਼ੂ ਹੈ ਉਹਦੇ ਉੱਤੇ ਬੜੇ ਸੀਨੀਅਰ ਆਈਪੀਐਸ ਆਫੀਸਰ ਉਸ ਕੇਸ ਦੀ ਇਨਵੈਸਟੀਗੇਸ਼ਨ ਕਰ ਰਹੇ, ਔਰ ਉਹਦੇ ਵਿੱਚ ਜੋ ਸਟੈਪਸ ਦੇਖੋ ਟੀਮਸ ਲੱਗੀਆਂ ਹੋਈਆਂ ਉਹਨੂੰ ਅਰੈਸਟ ਕਰਨ ਵਾਸਤੇ ਵੀ ਉਸ 'ਤੇ ਵੀ ਪੂਰਾ ਜ਼ੋਰ ਲੱਗਿਆ ਹੋਇਆ। LOC ਇਸ਼ੂ ਹੋਇਆ ਰਾਜੀਤ ਦਾ, ਨਾਨ ਅਵੇਲੇਬਲ ਵਾਰੰਟਸ ਇਸ਼ੂਡ ਨੇ ਆਲਰੇਡੀ, ਔਰ PO ਦੀਆਂ ਪ੍ਰੋਸੀਡਿੰਗਸ ਜਿਹੜੀਆਂ ਨੇ ਉਹ ਐਜ਼ ਪਰ ਲਾਅ ਚੱਲ ਰਹੀਆਂ ਉਹਦੀਆਂ, ਪ੍ਰੋਪਰਟੀ ਫੋਰਫੀਚਰ ਦੀਆਂ ਪ੍ਰੋਸੀਡਿੰਗਸ ਵੀ ਚੱਲ ਰਹੀਆਂ। ਸੋ ਐਜ਼ ਪਰ ਲਾਅ ਜੋ ਐਕਸ਼ਨ ਲੈਣ ਵਾਲਾ ਹੈ ਸਾਰਾ ਉਹਦੇ ਵਿੱਚ ਕੀਤਾ ਹੋਇਆ। ਰੈਗੂਲਰ CM ਸਾਹਿਬ ਮੋਨੀਟਰ ਕਰ ਰਹੇ ਇਸ ਚੀਜ਼ ਨੂੰ, ਔਰ ਜਲਦੀ ਤੋਂ ਜਲਦੀ ਇਹਦੇ ਵਿੱਚ ਰਿਜ਼ਲਟ ਵੀ ਦੇਖਣ ਨੂੰ ਮਿਲੇਗਾ। ਆਪਣੇ ਆਫੀਸਰ ਤੇ ਕੋਈ ਐਕਸ਼ਨ ਨਹੀਂ ਹੋ ਪਾਇਆ, ਇਹਦਾ ਕੀ ਕਾਰਨ ਲੱਗਦਾ? ਗ੍ਰਿਫਤਾਰ ਨਹੀਂ ਦੇਖੋ, ਐਕਸ਼ਨ ਤਾਂ ਬਹੁਤ ਸਖਤ ਐਕਸ਼ਨ ਹੋਇਆ ਜੀ, ਉਹਦੇ 'ਚ ਡਿਸਮਿਸਲ ਹੋਇਆ, ਡਿਸਮਿਸਲ ਫਰੋਮ ਸਰਵਿਸ ਸਭ ਤੋਂ ਸਖਤ ਐਕਸ਼ਨ ਹੁੰਦਾ। ਜਿੱਥੇ ਤੱਕ ਗ੍ਰਿਫਤਾਰੀ ਦੇ ਵਿੱਚ ਜੋ ਸਟੈਪਸ ਲੈਣ ਦੀ ਲੋੜ ਆ ਉਹ ਸਟੈਪਸ ਲਏ ਜਾ ਰਹੇ ਆ, ਔਰ ਜਿਸ ਤਰ੍ਹਾਂ ਉਹ ਜਿੰਨਾ ਐਫਰਟ ਕੀਤਾ ਜਾ ਰਿਹਾ ਉਹਨਾਂ ਵੱਲੋਂ, ਮਿਸਟਰ RK ਜੈਸਵਾਲ ਇਹਦੀ ਪੂਰੀ ਜਿਹੜੀ ਇਨਵੈਸਟੀਗੇਸ਼ਨ ਕਰ ਰਿਹਾ, ਉਹ ਸਾਰੇ ਇਫੈਕਟਿਵ ਸਟੈਪਸ ਲਏ ਜਾ ਰਹੇ, ਔਰ ਜਲਦੀ ਹੀ ਉਹਦਾ ਰਿਜ਼ਲਟ ਵੀ ਦੇਖਣ ਨੂੰ ਮਿਲੇਗਾ। ਲੱਖਾ ਸਿੰਘ ਸਦਾਨਾ ਹੋਰੀ ਵਿਸ਼ੇਸ਼ਦਾਰ ਪ੍ਰੈਸ ਕਾਨਫਰੰਸ ਕਰਦੇ ਨੇ ਕਿ ਜਿਹੜੇ ਮੁਕੱਦਮੇ ਉਹਨਾਂ ਦੇ ਉੱਤੇ ਪਿਛਲੇ ਸਾਲਾਂ ਦੇ ਵਿੱਚ ਹੋਏ ਸੀ ਦਰਜ, ਉਹ ਰੱਦ ਹੋ ਚੁੱਕੇ ਨੇ, ਪਰ ਫਿਰ ਵੀ ਪੰਜਾਬ ਪੁਲਿਸ ਮੈਨੂੰ ਤੰਗ ਕਰ ਰਹੀ ਹੈ, ਪਰੇਸ਼ਾਨ ਕਰ ਰਹੀ ਹੈ, ਤੇ ਮੇਰੀ ਗ੍ਰਿਫਤਾਰੀ ਜਿਹੜੀ ਹੈ ਕੀਤੀ ਜਾ ਸਕਦੀ ਕਿ ਜਿਹੜੇ ਟਰੂ ਕੋਰਟ ਹੋਏ ਨੇ, ਜਿਹੜੇ ਕੈਂਸਲ ਹੋਏ ਨੇ ਮੁਕੱਦਮੇ, ਉਹ ਫਿਰ ਤੋਂ ਪੰਜਾਬ ਪੁਲਿਸ ਨਹੀਂ, ਇਹਦੇ ਬਾਰੇ ਮੈਨੂੰ ਨੌਲੇਜ ਨਹੀਂ ਹੈਗਾ ਜੀ। ਇਹ ਤਾਂ ਲੋਕਲ ਜਿਹੜੇ ਪੁਲਿਸ ਅਫੀਸ਼ੀਅਲਸ ਆ ਉਹੀ ਜਾਣਕਾਰੀ ਦੇ ਸਕਦੇ। ਇੱਕ ਬਾਰ-ਬਾਰ ਗੱਲ ਆ ਰਹੀ ਬਾਰਡਰ ਦੇ ਉੱਪਰ ਜਿਹੜੀ ਹੈਗੀ ਹੈ ਕਿ ਨਾਲ ਪਿੰਡ ਲੱਗਦੇ ਤਕਰੀਬਨ ਕਾਫੀ ਹੈ, ਤੇ ਉਹਨਾਂ ਦੀ ਜੇ ਚਲਦੀ ਵੀ ਸੀ ਜਿਹੜੀ ਉਹਨਾਂ ਦੇ ਲੋਕਲ ਪਿੰਡਾਂ ਦੇ ਪਰਲੇ ਪਾਸੇ ਜ਼ਮੀਨ ਹੈ, ਔਰ ਇਹ ਜਿਹੜੀ ਫੈਂਸਿੰਗ ਤਾਰ ਜਿਹੜੀ ਹੈਗੀ ਹੈ ਉਸ ਨੂੰ ਇੱਧਰ ਕਰਾਂਗੇ, ਕਿਉਂਕਿ ਕਾਫੀ ਇਹ MH ਬਾਜਵਾ ਜੀ ਉਹ ਸਾਡਾ ਨਹੀਂ ਜੁਰਿਸਡਿਕਸ਼ਨ ਜੀ, ਪੰਜਾਬ ਪੁਲਿਸ ਨਾਲ ਰਿਲੇਟਡ ਨਹੀਂ ਹੈ। ਡਿਪਾਰਟਮੈਂਟ ਪੁਲਿਸ ਨੇ ਉਹਦੇ ਚ ਕੀਤਾ ਸੀ, ਫਿਰ ਮੀਟਿੰਗ ਹੋਈ ਸੀ, ਉਹਦਾ ਕੁਝ ਚੱਲਿਆ ਕਿ ਬਣਿਆ ਕਿ ਨਹੀਂ, ਉਹਦੇ ਬਾਰੇ ਨਹੀਂ। ਜੇ ਸਾਡੇ ਤੋਂ ਕੋਈ ਐਜ਼ ਅ ਡਿਪਾर्टमेंट ਕੋਈ टिप्पणी मंगी जाएगी तो जरूर ਉਹਦੇ ਚ ਦੱਸਿਆ ਜਾਏਗਾ। सर 2 सवाल हैं आपसे। एक तो अमृतपाल को लेकर है कि किस तरह के खुलासे किए गए हैं, बहुत बात आया कि पाकिस्तान का आया लिंक है, क्या है, एनी सॉर्ट ऑफ डिस्क्लोजर्स व्हिच आर बीइंग मेड? नहीं, अभी स्टेज पे नहीं कहा जा सकता कुछ भी। वी कैन नॉट से ऑन दैट इशू बिकॉज वो NSA डिटेनी है और उसमें कुछ प्रोसीजर्स हैं जिसमें हम कई चीज़ें जो हैं वो डिस्क्लोज नहीं कर सकते स्टेज पे। बट जो सपोर्ट सिस्टम वगैरह है उस पे नहीं, वो सारी इन्वेस्टिगेशन चल रही, बट इस स्टेज पे कुछ भी ऐसा शेयर नहीं किया जा सकता। एंड दूसरा ये जो आप बोल रहे हैं कि सड़क सुरक्षा और बाकी चीज़ें आप मेजर दे रहे हैं, पर आप चंडीगढ़ से बाहर ही चले जाएं तो कोई रूल रेगुलेशन तो मानता नहीं है। आई मीन देखो, इसीलिए देखो पब्लिक का माइंडसेट तो धीरे धीरे चेंज होता है, बट जो इफेक्टिव स्टेप्स हमें चाहिए फ्रॉम द एडमिनिस्ट्रेशन साइड, वो जैसे CM साहब का एक ड्रीम है कि यहाँ पे एक ऐसी फोर्स होनी चाहिए जो सड़कों पे दिखे, और उसकी अलग से एक उनके पास मॉडर्न इक्विपमेंट्स हों, मॉडर्न व्हीकल्स हों, और अलग से दिख हो एक उनकी। तो उसी का ये पार्ट है, सड़क सुरक्षा फोर्स जो इस्टेब्लिश करने जा रहे हैं उसी का पार्ट है, और उसके लिए किसी तरह की गवर्नमेंट की तरफ से सपोर्ट की कमी नहीं है। थोड़ा टाइम लगेगा, जैसे उनकी यूनिफॉर्म डेजिग्नेट होगी, एलोकेट की जाएगी फोर्स, व्हीकल्स परचेज किए जाएंगे, और जैसे ही वो इफेक्टिवली काम करने लगेंगे तो रिजल्ट दिखने लगेगा। उसमें आप लोगों ने इन्वेस्टिगेशन लॉन्च की थी, उसका क्या? वो चल रही है, अभी इंक्वायरी रिपोर्ट आई नहीं है, उसमें जो प्रिजन डिपार्टमेंट की तरफ से ऑलरेडी वो पूरा एपिसोड है, उसकी इंक्वायरी चल रही है, लेकिन वो रिपोर्ट वो नहीं, पंजाब पुलिस से उसका डायरेक्टली लिंक नहीं है। वो रिपोर्ट सीधी गवर्नमेंट को सबमिट होगी फ्रॉम द प्रिजन डिपार्टमेंट। मुझे नहीं पता इसके बारे में, मुझे आइडिया नहीं है। सर, एंटी गैंगस्टर टास्क फोर्स ने आज छात्र से हाँ, एक उसमें अक्यूज्ड को अरेस्ट किया है जो प्रदीप मर्डर केस में इन्वॉल्व था। सर, अभी भी इनका जो नेक्सस है वो चल रहा है, जो पूछताछ में भी गोल्डी बराड़ के साथ लगातार कनेक्शन, और पंजाब देखो, पंजाब में इस टाइम माहौल आप इस चीज़ के विटनेस हो के बिल्कुल 100% ठीक माहौल है। AGTF ने बड़ा इफेक्टिव काम किया पिछले दिनों में, कोई किसी तरह की आप गैंगस्टर्स की एक्टिविटी देखने को नहीं मिली पिछले काफ़ी टाइम से। सो ऑलरेडी पंजाब पुलिस सारा प्रॉपर उसकी ग्रिप में है। सारा हमारे जो स्पेशलाइज्ड विंग्स हैं जैसे AGTF है, जहाँ हमारे जो इंटरनल सिक्योरिटी विंग है, बहुत इफेक्टिवली काम कर रहे हैं, और जो अगर कोई होगा ऐसा तो उसको भी हम अच्छे से डील करेंगे।
ਕੀ ਹੁਣ ਪੰਜਾਬ ਵਿੱਚ ਸੁਧਾਰ ਆ ਰਿਹਾ ਕਿ ਜਿਹੜੇ ਮੁੰਡੇ ਕੁੜੀਆਂ ਨੇ ਉਹ ਨਸ਼ਾ ਛੱਡ ਕੇ ਗੋਦੀ ਦੇਖੋ ਇਹਦੇ ਵਿੱਚ ਸਭ ਤੋਂ ਇਫੈਕਟਿਵ ਜਿਹੜੀ ਚੀਜ਼ ਹੈ ਨਾ ਜੀ, ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਸੀਐਮ ਸਾਹਿਬ ਨੇ ਇੱਕ ਸਪੈਸ਼ਲ ਕੀਤਾ ਲਾਂਚ ਕਿ ਹਰ ਸਾਲ 1800 ਕਾਂਸਟੇਬਲ ਤੇ ਕਰੀਬ 300 ਦੇ ਆਸ-ਪਾਸ ਸਬ ਇੰਸਪੈਕਟਰਸ ਦੀ ਭਰਤੀ ਹੋਊਗੀ। ਹੁਣ ਅਸੀਂ ਜਿਹੜਾ ਇਹ ਕਾਂਸਟੇਬਲਸ ਦਾ ਜਿਹੜਾ ਫਾਰਮ ਕੱਢਿਆ ਸੀਗਾ, ਸਬ ਇੰਸਪੈਕਟਰਸ ਦਾ ਕੱਢਿਆ ਸੀਗਾ, ਕਰੀਬ 3 ਲੱਖ ਦੇ ਕਰੀਬ ਬੱਚਿਆਂ ਨੇ ਅਪਲਾਈ ਕੀਤਾ ਕਾਂਸਟੇਬਲ ਵਾਸਤੇ ਔਰ 60,000 ਦੇ ਆਸ-ਪਾਸ ਬੱਚਿਆਂ ਨੇ ਅਪਲਾਈ ਕੀਤਾ ਵਾ ਸਬ ਇੰਸਪੈਕਟਰ ਵਾਸਤੇ। ਉਹ ਸਾਰੇ ਜਿਹੜੇ ਬੱਚੇ ਆ ਉਹ ਹੁਣ ਆਪਣਾ ਫਿਜ਼ੀਕਲ ਦੀ ਤਿਆਰੀ ਕਰ ਰਹੇ ਆ, ਰਿਟਨ ਦੀ ਤਿਆਰੀ ਕਰ ਰਹੇ ਆ। ਸੋ ਇੱਕ ਇਸ ਪਾਸੇ ਲੱਗੇ ਹੋਏ ਆ ਸਾਰੇ। ਸੋ ਇਟ ਮੀਨਸ ਕਿ ਜੇ ਆਪਾਂ ਨੂੰ ਇੰਨੇ ਫਿਜ਼ੀਕਲੀ ਫਿਟ ਬੱਚੇ ਮਿਲ ਰਹੇ ਆ ਤਾਂ ਇਟਸੈਲਫ ਇੰਡੀਕੇਟਸ ਕਿ ਵੀ ਡਰੱਗਸ ਦੇ ਵਿੱਚ ਕਮੀ ਆਈ ਆ, ਉਹਦੇ ਵਿੱਚ ਬੱਚਿਆਂ ਦੇ ਵਿੱਚ ਡਰੱਗਸ ਦਾ ਰੁਝਾਨ ਵੀ ਘਟਿਆ ਵਾ ਔਰ ਆਉਂਦੇ ਦਿਨਾਂ ਦੇ ਵਿੱਚ ਕਿਉਂਕਿ ਭਰਤੀ ਹਰ ਸਾਲ ਹੋਏਗੀ। ਇਸ ਸਾਲ ਸ਼ੁਰੂਆਤ ਕੀਤੀ ਹੈ, ਜਨਵਰੀ 'ਚ ਫਾਰਮ ਨਿਕਲੇ ਸੀ, ਤੁਸੀਂ ਹੁਣ ਵੀ ਦੇਖੋਗੇ ਬਹੁਤ ਸਾਰੇ ਬੱਚੇ ਤਿਆਰੀ ਕਰ ਰਹੇ ਆ, ਪਿੰਡਾਂ 'ਚ ਖਾਸ ਕਰਕੇ ਜਾ ਕੇ ਦੇਖੋਗੇ। ਸੋ ਇਸ ਚੀਜ਼ ਦਾ ਜਿਹੜਾ ਰਿਜ਼ਲਟ ਆ ਉਹ ਦਿਖਣਾ ਸ਼ੁਰੂ ਹੋ ਜਾਏਗਾ। 10 ਲੱਖ ਤੋਂ ਘੱਟ ਹੋ ਸਕਦਾ 2024 ਦੇ ਵਿੱਚ। ਬਿਲਕੁਲ ਹੋਏਗਾ ਜੀ, ਬਿल्कुल होएगा। सर एक सवाल है, जो 700 स्टूडेंट्स गए हैं और कनाडा में जिनके साथ होगा, उस केस में किस तरह से तफ्तीश चल रही है, किस तरह उसमें ना एक हमारी एसएटी बनी है जिसमें आईजी लुधियाना रेंज जो है एसटीएफ के हेड हैं, तो अगर कोई स्पेसिफिक इन्फॉर्मेशन हो तो उनसे मतलब ली जा सकती है इन्फॉर्मेशन। सर